बिस्मिल्लाहिर्रहमानिर्रहीम अस्सलाम वालेकुम। नवीद चौधरी स्वीडन तो पहला पंजाबी वीलॉग ते हुण तो इंशाअल्लाह मैं कोशिश करांगा कि जिन्ने भी कुछ सेहत दे इशू होण इन्हां च पंजाबी च भी गल करिए ताकि साडे जिहड़े पंजाबी समझण वाले लोग ने उन्हां नूं होर आसानी पैदा हो सके। अज दा वीलॉग जिहड़ा इहदे च जिहड़ी गल करांगे ਇਹ ਜਿਹੜੀਆਂ ਆਮ ਕਿਉਂਕਿ ਮੈਂ ਦੂਜੇ ਸੂਬਿਆਂ 'ਚ ਰਿਹਾ ਨਹੀਂ, ਪੰਜਾਬ 'ਚ ਮੈਂ ਜੰਮਿਆ, ਪੰਜਾਬ 'ਚ ਹੀ ਰਿਹਾ ਵਾਂ ਤੇ ਪੰਜਾਬ ਦੇ ਵਿੱਚ ਕੁਝ ਆਮ ਗੱਲਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ ਉਹਨਾਂ ਦਾ ਅਸੀਂ ਜਾਇਜ਼ਾ ਲਵਾਂਗੇ ਕਿ ਇਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਪੰਜਾਬ ਦੇ ਵਿੱਚ ਇੱਕ ਬੜੀ ਗੱਲ ਕੀਤੀ ਜਾਂਦੀ ਹੈ, ਬੜੀ ਵੱਡੀ ਸਾਰੀ, ਤੇ ਬਚਪਨ ਤੋਂ ਅਸੀਂ ਵੀ ਸੁਣਦੇ ਆਏ ਹਾਂ ਤੇ ਹੁਣ 2024 'ਚ ਵੀ ਕੀਤੀ ਜਾਂਦੀ ਹੈ ਕਿ ਭਲਵਾਨਾਂ ਦਾ ਅਖੀਰ ਜਿਹੜਾ ਬੁਰਾ ਹੁੰਦਾ, ਭਲਵਾਨੀ ਨਾ ਕਰਿਆ ਜੇ, ਜਿਮ ਨਾ ਜਾਇਆ ਜੇ, ਇਹ ਪਾਊਡਰ ਨਾ ਖਾਇਆ ਜੇ, ਇਹ ਗੋਲੀਆਂ ਨਾ ਖਾਇਆ ਜੇ, ਤੇ ਨਹੀਂ ਤੇ ਤੁਹਾਡੇ ਕੋਲੋਂ ਬਾਅਦ ਵਿੱਚ ਟੁਰਿਆ ਨਹੀਂ ਜਾਣਾ, ਤੁਹਾਡੀਆਂ ਹੱਡੀਆਂ 'ਚ ਪਾਣੀ ਪੈ ਜਾਣਾ ਤੇ ਤੁਹਾਡੇ ਕੋਲੋਂ ਉੱਠਿਆ ਵੀ ਨਹੀਂ ਜਾਣਾ। ਤੇ ਇਸ ਗੱਲ ਦਾ ਜਾਇਜ਼ਾ ਲਵਾਂਗੇ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਇਹ ਗੱਲ 'ਚ ਕਿੰਨਾ ਕੁ ਝੂਠ ਹੈ ਜਾਂ ਇਹ ਸਿਰਫ ਸੁਣੀ ਸੁਣਾਈ ਗੱਲ ਹੈ। ਸਭ ਤੋਂ ਪਹਿਲੀ ਗੱਲ ਕਿ ਮੈਂ ਤੁਹਾਡੇ ਕੋਲੋਂ ਇੱਕ ਆਮ ਜਿਹਾ ਸਵਾਲ ਪੁੱਛਣਾ ਕਿ ਕਿਆ ਤੁਹਾਡੇ ਆਲੇ ਦੁਆਲੇ ਜਿੰਨੇ ਵੀ ਕੋਈ 70-80 ਸਾਲਾਂ ਦੇ ਬਾਬੇ ਨੇ ਉਹਨਾਂ ਚੋਂ ਕਿਆ ਸਾਰੇ ਜਿਹੜੇ ਨੇ ਉਹ ਜਿਮ ਜਾਂਦੇ ਸਨ, ਤੇ ਜੇ ਨਹੀਂ ਸਨ ਜਾਂਦੇ ਤੇ ਕਿਆ ਉਹਨਾਂ ਚੋਂ ਕਿੰਨੇ ਬਾਬੇ ਜਿਹੜੇ ਨੇ ਉਹ ਬਿਮਾਰ ਨੇ, ਖੰਘਦੇ ਨੇ, ਕਈਆਂ ਨੂੰ ਮੁxtਲਫ ਕਿਸਮ ਦੀਆਂ ਬਿਮਾਰੀਆਂ ਲੱਗੀਆਂ ਨੇ, ਜਾਂ ਕਈਆਂ ਦੀ ਕਿਸੇ ਦੀ ਲੱਤ ਟੁੱਟੀ ਹੈ, ਬਾਂਹ ਟੁੱਟੀ ਹੈ, ਡਿੱਗ ਕੇ ਸੱਟ ਲੱਗੀ ਹੈ, ਕਿਆ ਉਹਨਾਂ ਦੇ ਵਿੱਚੋਂ ਕੋਈ ਵੀ ਬਾਬਾ ਇੰਜ ਦਾ ਨਹੀਂ ਕਿ ਜਿਹੜਾ ਉੜ ਕੇ ਨਹੀਂ ਟੁਰਦਾ ਜਾਂ ਸੋਟੀ ਲੈ ਕੇ ਨਹੀਂ ਟੁਰਦਾ, ਜਾਂ ਕੋਈ ਵੀ ਐਸਾ ਬਾਬਾ ਨਹੀਂ ਕਿ ਜਿਹੜਾ ਉੱਠਣ ਤੋਂ ਜਾਂ ਬਹਿਣ ਤੋਂ ਆਵਾਜ਼ਾਰ ਨਹੀਂ, ਜਿਹਨੂੰ ਕੁਰਸੀ ਤੇ ਵੀ ਜਾਂ ਮੰਜੀ ਤੇ ਵੀ ਬਹਾਨ ਵਾਸਤੇ ਫੜਨ ਦੀ ਮੁਸੀਬਤ ਦੀ ਫੜਨ ਦੀ ਬਹਾਨ ਦੀ ਉੱਠਣ ਦੀ ਕੋਈ ਮੁਸੀਬਤ ਨਹੀਂ ਉਹਨੂੰ ਹੈ, ਜਾਂ ਉਹਨਾਂ ਚੋਂ ਕਿੰਨੇ ਐਸੇ ਬਾਬੇ ਨਹੀਂ ਕਿ ਜਿਨ੍ਹਾਂ ਨੂੰ ਵਾਸ਼ਰੂਮ ਵਗੈਰਾ ਵੀ ਇਸਤੇਮਾਲ ਕਰਨ ਵਾਸਤੇ ਜਿਹੜਾ ਉਹ ਮੁਸੀਬਤ ਨਹੀਂ ਪੈਂਦੀ। ਤੇ ਅਗਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਇੱਕ 70-80 ਸਾਲਾਂ ਦੇ ਬਾਬਿਆਂ ਨੂੰ ਨੇ, ਉਹਦੇ ਬਰਅਕਸ ਮੈਂ ਤੁਹਾਨੂੰ ਇਹ ਦੱਸ ਦੇਣਾ ਵਾ ਕਿ ਜਿਹੜੇ ਲੋਕ ਜਿਮ ਜਾਂਦੇ ਨੇ, ਟ੍ਰੇਨਿੰਗ ਕਰਦੇ ਨੇ, ਭਲਵਾਨੀ ਕਰਦੇ ਨੇ ਤੇ ਆਪਣੇ ਖਾਣ ਪੀਣ ਨੂੰ ਸਾਫ਼ ਸੁਥਰਾ ਰੱਖਦੇ ਨੇ ਬਾਅਦ ਵਿੱਚ ਵੀ, ਯਾਨੀ ਕਿ 40, 50, 60, 70 ਸਾਲ ਦੀ ਉਮਰ ਤੋਂ ਬਾਅਦ ਵੀ ਖਾਣ ਇhtiyat ਕਰਦੇ ਨੇ, ਚੰਗਾ ਖਾਣਾ ਖਾਂਦੇ ਨੇ, ਜਿਹੜਾ ਪੈਸਾ ਕਮਾਉਂਦੇ ਨੇ ਉਹਦੇ ਚੋਂ ਅੱਲਾ ਦੇ ਉਸ ਦਿੱਤੇ ਪੈਸੇ ਚੋਂ ਆਪਣੀ ਜਾਨ ਤੇ ਵੀ ਆਪਣੀ ਜ਼ਾਤ ਤੇ ਵੀ ਲਾਉਂਦੇ ਨੇ। ਤੇ ਮੈਂ ਤੁਹਾਨੂੰ ਹਜ਼ਾਰਾਂ ਐਸੇ ਬੰਦੇ ਨਹੀਂ, ਲੱਖਾਂ ਮੈਂ ਵਹਾ ਸਕਣਾ ਕਿ ਜਿਹੜੇ ਇਸ ਉਮਰ ਦੇ ਵਿੱਚ ਵੀ ਫਿੱਟ ਨੇ ਔਰ ਆਪ ਹੀ ਬਹਿ ਲੈਂਦੇ ਨੇ, ਆਪ ਹੀ ਖਲੋ ਲੈਂਦੇ ਨੇ, ਆਪਣਾ ਵਾਸ਼ਰੂਮ ਵਗੈਰਾ ਵੀ ਆਪੇ ਇਸਤੇਮਾਲ ਕਰ ਲੈਂਦੇ ਨੇ, ਆਪਣੇ ਕੱਪੜੇ ਵੀ ਬਦਲ ਲੈਂਦੇ ਨੇ, ਆਪੇ ਹੀ ਨਹਾ ਲੈਂਦੇ ਨੇ, ਸਾਰਾ ਕੰਮ ਆਪੇ ਹੀ ਕਰ ਲੈਂਦੇ ਨੇ। ਇਹਦੇ ਬਰਅਕਸ ਮੈਂ ਤੁਹਾਨੂੰ ਲੱਖਾਂ ਐਸੇ ਬਾਬੇ ਵਿਖਾ ਦਿਆਂਗਾ ਕਿ ਜਿਹੜੇ ਬਾਬੇ ਕਦੀ ਨਾ ਭਲਵਾਨੀ ਕੀਤੀ ਨਾ ਜਿਮ ਗਏ, ਉਹਦੇ ਬਾਵਜੂਦ ਇਸ ਉਮਰ ਵਿੱਚ ਦੂਸਰਿਆਂ ਦੇ ਮੁਹਤਾਜ ਨੇ, ਔਰ ਉਹ ਯੂਰਪ ਵਿੱਚ ਵੀ ਨੇ ਔਰ ਉਹ ਪਾਕਿਸਤਾਨ ਦੇ ਵਿੱਚ ਵੀ ਨੇ। ਤੇ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਕਿ ਕੋਈ ਸੱਚਾਈ ਨਹੀਂ ਹੈ। ਹਾਂ ਤੁਸੀਂ ਵੇਖੋ, ਅਗਰ ਕਿਸੇ ਨਾਲ ਗੱਲ ਕਰੋ ਤੇ ਤੁਹਾਨੂੰ ਅੱਜ ਕੱਲ ਜਿਹੜੇ ਨੇ ਜਿਨ੍ਹਾਂ ਲੋਕਾਂ ਕੋਲ ਹੋਰ ਕੋਈ ਦਲੀਲ ਨਹੀਂ ਹੁੰਦੀ ਤੇ ਉਹ ਜਲਦੀ ਜਲਦੀ ਹਵਾਲਾ ਦੇਣਗੇ, ਉਹ ਕਹਿਣਗੇ ਜੀ ਆ ਮਿਸਟਰ ਓਲੰਪੀਆ ਵੇਖ ਲਓ, ਰੋਨੀ ਕੋਲਮੈਨ, ਉਹ ਇੱਕ ਕਾਲੇ ਰੰਗ ਦਾ ਅਮਰੀਕਨ ਜਿਹੜਾ ਜਿਹਦੀਆਂ ਲੱਤਾਂ ਦੇ 10-12 ਆਪਰੇਸ਼ਨ ਹੋਏ ਨੇ। ਲੇਕਿਨ ਭਾਈ ਜੇ ਤੁਸੀਂ ਉਹਦਾ ਹਵਾਲਾ ਦੇਣਾ ਹੈ ਤੇ ਕਿਆ ਉਹ ਇੱਕ ਬੰਦਾ ਜਿਹੜਾ ਹੈ ਉਹਨੇ ਕਿੰਨਾ ਵਜ਼ਨ ਚੁੱਕਿਆ, ਤੇ ਮੈਂ ਤੁਹਾਨੂੰ 100 ਬੰਦਾ ਵਹਾ ਦਿੰਨਾ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਜਿਮ ਨਹੀਂ ਜਾਂਦਾ, ਮਜ਼ਦੂਰੀ ਕਰਦਿਆਂ ਕੋਈ ਬਹੁਤੀਆਂ ਇੱਟਾਂ ਚੁੱਕ ਲੈਂਦਾ ਹੈ, ਜਾਂ ਕੋਈ ਥੱਲਿਓਂ ਕੋਈ ਸ਼ੈ ਚੁੱਕਦਿਆਂ ਉਹਦੇ ਲੱਕ ਦੀ ਪੀੜ ਨਿਕਲ ਜਾਂਦੀ ਹੈ, ਜਾਂ ਕੋਈ ਬੰਦਾ ਬਹੁਤੀਆਂ ਬੋਰੀਆਂ ਚੁੱਕਦਿਆਂ ਉਹਦਾ ਕੰਮ ਖਰਾਬ ਹੋ ਜਾਂਦਾ ਹੈ, ਕੋਈ ਬੰਦਾ ਡੇਰੇ ਤੇ ਪੱਠੇ ਚੁੱਕਦਿਆਂ ਉਹਦੇ ਲੱਕ ਦੀ ਪੀੜ ਨਿਕਲ ਜਾਂਦੀ ਹੈ, ਜਾਂ ਕੋਈ ਵੀ ਬੰਦਾ ਜਿਹੜਾ ਬਹੁਤਾ ਕੰਮ ਕਰਦਾ ਹੈ, ਆਪਣੀ ਇੱਕ ਬੰਦਾ ਉਹਦੀ ਹਸੀਅਤ 500 ਕਿਲੋ ਚੁੱਕਣ ਦੀ ਨਹੀਂ ਤੇ ਉਹ 800 ਕਿਲੋ ਉੱਤੇ ਰੱਖੇਗਾ ਤੇ ਉਹਨੇ ਤੇ ਲੱਤਾਂ ਹੀ ਤੜਵਾਉਣੀਆਂ ਨੇ। ਤੇ ਇਸੇ ਤਰੀਕੇ ਨਾਲ ਅਗਰ ਉਹ ਕਾਲਾ ਜਿਹੜਾ ਰੋਨੀ ਕੋਲਮੈਨ ਜਿਹੜਾ ਇੰਨੀ ਵਾਰੀ ਮਿਸਟਰ ਓਲੰਪੀਆ ਬਣਿਆ, ਉਹਨੇ ਆਪਣੇ ਜਿਸਮ ਨਾਲ ਜ਼ਿਆਦਤੀ ਕਰਕੇ ਬਹੁਤਾ ਜ਼ਿਆਦਾ ਵਜ਼ਨ ਪਾ ਲਿਆ ਜਾਂ ਬਹੁਤਾ ਜ਼ਿਆਦਾ ਕੰਮ ਕਰ ਲਿਆ, ਤੇ ਇਹਦੇ ਵਿੱਚ ਉਹ ਜਿਮ ਦਾ ਨਾ ਕਸੂਰ ਹੈ, ਨਾ ਉਹਨੂੰ ਜਿਮ ਨੇ ਆਖਿਆ ਨਾ ਉਹਨੂੰ ਭਲਵਾਨੀ ਨੇ ਆਖਿਆ ਕਿ ਤੂੰ ਕਰ, ਉਹਨੇ ਤੇ ਆਪਣੀ, ਇਹਨੂੰ ਕਹਿੰਦੇ ਨੇ ਅੰਗਰੇਜ਼ੀ ਚ, ਇਹਨੂੰ ਕਹਿੰਦੇ ਨੇ ਈਗੋ ਲਿਫਟਿੰਗ, ਯਾਨੀ ਕਿ ਤੁਸੀਂ ਆਪਣੀ ਨਾਂ ਨੂੰ ਤਸਕੀਨ ਦੇਣ ਵਾਸਤੇ, ਲੋਕਾਂ ਨੂੰ ਵਹਾਉਣ ਵਾਸਤੇ, ਵਹਾਲਾ ਕਰਨ ਵਾਸਤੇ ਕਿ ਮੈਂ ਜੀ ਬੜੀ ਬਲਾਵਾਂ, ਤੇ ਤੁਸੀਂ ਇਹਨਾਂ ਹੱਡੀਆਂ ਤੇ ਬਹੁਤ ਜ਼ਿਆਦਾ ਭਾਰ ਪਾ ਦਿੰਦੇ ਹੋ। ਮੈਂ ਹਮੇਸ਼ਾ ਕਹਿੰਦਾ ਕਿ ਬਾਡੀ ਬਿਲਡਿੰਗ ਜਿਹੜੀ ਹੈ ਜਾਂ ਜਿਹੜੇ ਮੁਕਾਬਲੇ ਕਰਨੇ ਨੇ, ਹਰ ਬੰਦੇ ਦੀ ਜ਼ਰੂਰਤ ਨਹੀਂ, ਹਰ ਬੰਦੇ ਦਾ ਇਹ ਜਿਹੜਾ ਪ੍ਰੋਫੈਸ਼ਨ ਨਹੀਂ, ਹਰ ਬੰਦੇ ਨੂੰ ਇਹ ਕਰਨਾ ਨਹੀਂ ਚਾਹੀਦਾ। ਲੇਕਿਨ ਜਿਮ ਕਰਨਾ, ਟ੍ਰੇਨਿੰਗ ਕਰਨਾ, ਆਪਣੇ ਆਪ ਨੂੰ ਫਿੱਟ ਰੱਖਣਾ, ਇਹ ਹਰ ਬੰਦੇ ਨੂੰ ਕਰਨਾ ਚਾਹੀਦਾ ਹੈ।
इस वजह तो इस गल दे विच मैं तुहानूं दसना कि जिहड़ा बंदा 60 साल की उम्र च या 17 साल की उम्र च वो जिम जाता है, वो ट्रेनिंग करता है, वो अपनी वर्जिश करता है, वो अपने आप को स्ट्रैच करता है, अपनी सेहत का ख्याल रखता है, ਉਹਦੇ जिस्म च 30-35 साल वाले जवान वर्गी ताकत होंदी है। इस वजह तो वह 70-80 साल की उम्र च भी अपने काम खुद कर लेंदा है। ते तुसी दसो मैनू कि तुसी क्या ये चाहते हो कि अगर तुसी मतलब है कि इस उम्र दे विच बुढ़े हो के दूजियां दे मोहताज होवो ते या आप खुद सारा कुछ करते रहो। ये वास्ते बेहतर है कि तुसी अपने आप को फिट रखो। दूजी जिहड़ी गल सुनी सुनाई बहुत ज्यादा फैलाई जाती है कि आ फलाने ने पाउडर खा लिया, गोलियां खा लिया। ਉਹ ਭਾਈ ਉਹ ਪਾਊਡਰ ਨਾ ਤੇ ਉਹ ਕੋਈ ਉਹ ਦੂਜਾ ਪਾਊਡਰ ਹੈ, ਉਹ ਨਸ਼ੇ ਵਾਲਾ ਪਾਊਡਰ ਹੈ, ਤੇ ਨਾ ਉਹ ਗੋਲੀਆਂ ਜਿਹੜੀਆਂ ਨੇ ਉਹ ਡਾਕਟਰਾਂ ਵਾਲੀਆਂ ਗੋਲੀਆਂ ਨੇ। ਠੀਕ ਹੈ, ਜਿਹੜੀਆਂ ਗੋਲੀਆਂ ਬਿਮਾਰੀ 'ਚ ਦਿੱਤੀਆਂ ਜਾਂਦੀਆਂ ਨੇ, ਇਹ ਗੋਲੀਆਂ ਜਿਹੜੀਆਂ ਨੇ ਇਹ ਨੈਚੁਰਲ ਸ਼ੈਵਾਂ ਦੀਆਂ ਬਣੀਆਂ ਹੁੰਦੀਆਂ ਨੇ। ਮਲਟੀਵਿਟਾਮਿਨ ਮਿਨਰਲ ਜਿਹੜੇ ਨੇ ਬੜੀ ਬੜੀ ਵਧੀਆ ਕੁਆਲਿਟੀ ਦੇ ਨੇ, ਔਰ ਇਹ ਜ਼ਿਆਦਾ ਤੋਂ ਜ਼ਿਆਦਾ ਨੈਚੁਰਲ ਸ਼ੈਵਾਂ ਤੋਂ ਬਣੀਆਂ ਹੁੰਦੀਆਂ ਨੇ। ਅਗਰ ਤੁਸੀਂ ਕੋਈ 2 ਨੰਬਰ ਚੀਜ਼ਾਂ ਇਸਤੇਮਾਲ ਕਰਦੇ ਹੋ ਤੇ ਇਹਦੇ ਵਿੱਚ ਗੋਲੀਆਂ ਦਾ ਕਸੂਰ ਤਾਂ ਨਹੀਂ, ਇਹਦੇ ਤੇ ਤੁਹਾਡੇ ਅਕਲ ਦਾ ਕਸੂਰ ਹੈ ਕਿ ਤੁਸੀਂ ਵੇਖ ਚਾ ਕੇ ਸ਼ੈ ਨਹੀਂ ਲਈ ਜਾਂ ਤੁਸੀਂ ਕਿਸੇ ਐਸੇ ਬੇਈਮਾਨ ਬੰਦੇ ਕੋਲੋਂ ਸ਼ੈ ਲੈ ਲਈ। ਤੇ ਜਿਹੜੇ ਪਾਊਡਰ ਨੇ, ਪਾਊਡਰਾਂ ਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿਆਂ, ਆ ਜਿਹੜਾ ਪ੍ਰੋਟੀਨ ਪਾਊਡਰ ਹੁੰਦਾ ਹੈ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ, ਇਹਦਾ 0% ਵੀ ਨੁਕਸਾਨ ਨਹੀਂ ਹੁੰਦਾ, ਯਾਨੀ ਕਿ ਨੁਕਸਾਨ ਹੈ ਹੀ ਕੋਈ ਨਹੀਂ। ਨੁਕਸਾਨ ਕਿਹਨੂੰ ਬੰਦੇ ਨੂੰ ਹੁੰਦਾ ਹੈ ਕਿ ਹੁਣ ਇੱਕ ਮਿਸਾਲ ਹੈ, ਮੈਨੂੰ 26-27 ਸਾਲ ਹੋ ਗਏ ਨੇ ਟ੍ਰੇਨਿੰਗ ਕਰਦਿਆਂ। मैं मुकाबला पहला जिहड़ा 1998 च कीता सी, ते अगर हुण एक कल दा मुंडा उठ के कहंदा है कि जी मैं छेती 2-3 महीनों च 6 महीनों च मैं इंज दा जिस्म बना ला, वो हुण अपने आप नूं टीके लांदा है, वो कोई ऐसियां दवाइयां खांदा है कि जिहड़ियां मना ने, जिहड़ियां कि कैंसर वास्ते या किसी होर बीमारी वास्ते ने। दूजा वो जदों पाउडर पींदा है तो वो बजाए अगर उन्होंने दस्सिया जांदा है कि तू 2 इहदे चम्मच पाउडर दे दिहाड़ी दे पीने ने या 4 पीने ने, ਉਹਦੀ ਬਜਾਏ 12 ਜਾਂ 14 ਪੀਂਦਾ ਹੈ, ਤੇ ਭਾਈ ਉਹ ਤੇ ਤੁਸੀਂ ਪਾਣੀ ਪੀਣ ਨਾਲ ਵੀ ਮਰ ਜਾਓਗੇ, ਜਿਹਦੇ ਤੋਂ ਬਗੈਰ ਜ਼ਿੰਦਗੀ ਕੋਈ ਨਹੀਂ। ਹੁਣ ਇੱਕ ਗਲਾਸ ਅਗਰ ਤੁਸੀਂ ਦਿਹਾੜੀ ਦੇ 8 ਜਾਂ 10 ਗਲਾਸ ਪਾਣੀ ਪੀਂਦੇ ਹੋ, ਉਹ ਤੇ ਸਿਹਤ ਵਾਸਤੇ ਠੀਕ ਹੈ, ਤੇ ਜੇ ਤੁਸੀਂ ਆਖੋ ਮੈਂ 100 ਗਲਾਸ ਪਾਣੀ ਪੀਣਾ ਹੈ ਤਾਂ ਤੁਸੀਂ ਪਾਣੀ ਦੇ ਨਾਲ ਹੀ ਆਫਰ ਕੇ ਮਰ ਜਾਓਗੇ। ਤੇ ਇਸੇ ਵਜ੍ਹਾ ਤੋਂ ਇਹ ਜਿੰਨੀਆਂ ਵੀ ਸ਼ੈਵਾਂ ਨੇ ਇਹਨਾਂ ਦਾ ਨੁਕਸਾਨ ਕੋਈ ਨਹੀਂ, ਨਾ ਜਿਮ ਜਾਣ ਦਾ ਨੁਕਸਾਨ ਹੈ। ਇਹ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ। ਔਰ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸਾਂ, ਇਹ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਨੇ ਇਹ ਬਹੁਤੀਆਂ ਉਹ ਲੋਕ ਕਰਦੇ ਨੇ ਕਿ ਜਿਨ੍ਹਾਂ ਨਾ ਸਾਰੀ ਜ਼ਿੰਦਗੀ ਇਸ ਪਾਊਡਰ ਨੂੰ, ਨਾ ਇਸ ਗੋਲੀ ਨੂੰ ਹੱਥ ਲਾਇਆ ਹੁੰਦਾ, ਤੇ ਨਾ ਉਹ ਲੋਕ ਸਾਰੀ ਜ਼ਿੰਦਗੀ ਕਿਧਰੇ ਜਿਮ ਵੀ ਗਏ ਹੁੰਦੇ ਨੇ। ਉਹਨਾਂ ਦੀ ਆਪਣੀ ਹਾਲਤ ਇਹ ਹੁੰਦੀ ਹੈ ਕਿ ਉਹਨਾਂ ਦੀਆਂ ਆਪਣੀਆਂ ਹੱਡੀਆਂ ਤੇ ਉਹਨਾਂ ਦੇ ਆਪਣੇ ਜਿਹੜੇ ਜੋੜ ਹੁੰਦੇ ਨੇ ਉਹ ਦੁਖਦੇ ਹੁੰਦੇ ਨੇ, ਲੇਕਿਨ ਉਹ ਦੂਜਿਆਂ ਨੂੰ ਮਨਾ ਕਰਦੇ ਹੁੰਦੇ ਨੇ। ਐਵੇਂ ਹੀ ਉੱਥੇ ਪਾਕਿਸਤਾਨ ਦੇ ਵਿੱਚ ਇੱਕ ਹੋਰ ਬੜਾ ਵੱਡਾ ਮਸਲਾ ਹੈ ਕਿ ਐਵੇਂ ਹੀ ਭੇਕੀਮ ਬਣਦੇ ਨੇ। ਜਿਹਨੂੰ ਵੀ ਪੁੱਛ ਲਓ ਉਹ ਕਹਿੰਦੇ ਨੇ, ਉਹ ਆਂਦੇ ਨਾ ਇੱਟ ਪੱਟੋ ਤੇ ਕੀਮ ਨਿਕਲ ਆਉਂਦਾ, जिन्हों पूछो वो हकीम है। कोई तुसी गल कर लो ते हर बंदा हिकमत अपने कोलों ही जोड़ जोड़ के दसी जांदा, सुनिया सुनाइयां गल्लां ही दसी जांदा। ते यह जिहड़ी चीज़ है बिल्कुल भी ठीक नहीं। ते मैनूं उम्मीद है कि यह जिहड़ा पंजाबी वीलॉग है इहदे नाल कुछ लोकां दी मदद होई होवे जी। इहदा बनाउण दा मकसद ये सी कि ट्रेनिंग करना, जिम जाण नाल, भलवानी करन नाल, अच्छा खाण नाल, सैपलीमेंट इस्तेमाल करन नाल या मल्टीविटामिन इस्तेमाल करन नाल तुहानू कोई नुकसान नहीं हुंदा, बल्कि तुसी बड़ी देर तक 60-70 साल की उम्र तक जदों दूजे बंदे नार्मल बंदे बुढ़े हो के टुरनों आवाज़ार हो जाते हैं, तुसी उदों भी तुहाडे क्योंकि मसल ते तुहाडीआं हड्डियां जिहड़ियां ने वो जोर लांदियां रहिंदियां ने, वो ताकत च रहिंदियां ने। हर गिज मैं तुहानू नहीं आंदा कि इन्ना वजन चुको कि अपनी पीड़ कढ लवो, लेकिन उन्ना चुको जिहदे नाल तुहाडे जिस्म दे विच तुहाडा खून जिहड़ा है वो अच्छी गर्दिश करदा रहे। बाकी जिहड़ा तुसी अपने सवाल जिहड़े ने वो हमेशा कॉमेंट च लिखिया करो, और वीलॉग पसंद आए तो इन्हों दूजियां नाल शेयर ते लाइक भी करो। तो मैं हुण अज तो बाद इंशाअल्लाह पंजाबी दे विच भी कोशिश करांगा कि हफ्ते दे असीं 2-3 वीलॉग जिहड़े जिन्ने भी इशू ने उन्हां ते बनाईए, ताकि साडे जिन्ने भी भैन भरा ने इन्हां नूं समझ आ सके। बहुत शुक्रिया, अपनी दुआवां च याद रखिया जे। अल्लाह हाफिज।